ਅੱਜ ਆਓ ਅਸੀਂ ਮੇਰੇ ਗਵਾਹ ਬਣੋ ਇਸ ਵਿਸ਼ੇ ਦੇ ਤਹਿਤ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ, ਜਿਸ ਦਾ ਯੀਸ਼ੂ ਨੇ ਲਗਭਗ 2000 ਸਾਲ ਪਹਿਲਾਂ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ। ਵਚਨ ਦੇ ਮਤਲਬ ਤੇ ਗੌਰ ਕਰਦੇ ਹੋਏ ਆਓ ਅਸੀਂ ਖੁਦ ਦੀ ਜਾਂਚ ਕਰੀਏ ਕਿ ਅਸੀਂ ਅੱਜ ਵੀ ਪਰਮੇਸ਼ਵਰ ਦੇ ਗਵਾਹ ਦੇ ਰੂਪ ਵਿੱਚ ਮਿਸ਼ਨ ਨੂੰ ਪੂਰਾ ਕਰ ਰਹੇ ਹਾਂ। ਅਜਿਹਾ ਕੁਝ ਹੋ ਸਕਦਾ ਹੈ ਜੋ ਅਸੀਂ ਪੂਰਾ ਕਰ ਰਹੇ ਹਾਂ, ਅਤੇ ਕੁਝ ਅਜਿਹਾ ਵੀ ਹੋ ਸਕਦਾ ਹੈ ਜਿਸ ਲਈ ਸਾਨੂੰ ਹੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਅਸੀਂ ਰਸੂਲਾਂ ਦੀ ਕਿਤਾਬ ਅਧਿਆਇ 1 ਵਚਨ 6 ਖੋਲੀਏ ਅਤੇ ਵੇਖੀਏ ਕਿ ਯੀਸ਼ੂ ਨੇ 2000 ਸਾਲ ਪਹਿਲਾਂ ਆਪਣੇ ਸਵਰਗ ਜਾਣ ਦੇ ਦਿਨ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ। ਸੋ ਜਾਂ ਉਹ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ, ਕੀ ਤੂੰ ਇਸ ਵੇਲੇ ਇਜ਼ਰਾਈਲ ਦਾ ਰਾਜ ਬਹਾਲ ਕਰਦਾ ਹੈ? ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਾਈ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ, ਪਰ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੀ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਅਰ ਜਾਂ ਉਹ ਇਹ ਗੱਲਾਂ ਕਹਿ ਹਟਿਆ ਤਾਂ ਉਹਨਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਂਹ ਉਠਾਇਆ ਗਿਆ ਅਤੇ ਬਦਲੀ ਨੇ ਉਸ ਨੂੰ ਉਹਨਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ। ਲਗਭਗ 2000 ਸਾਲ ਪਹਿਲਾਂ ਜੈਤੂਨ ਪਹਾੜ ਉੱਤੇ ਅਜਿਹਾ ਹੋਇਆ ਸੀ। ਸਵਰਗ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਚੇਲਿਆਂ ਨਾਲ ਅੰਤਮ ਬੇਨਤੀ ਕਰਦੇ ਹੋਏ ਕਿਹਾ, ਯਰੂਸ਼ਲਮ ਅਰ ਸਾਰੀ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਬਣੋ। ਇਹ ਦ੍ਰਿਸ਼ ਖੁਸ਼ਖਬਰੀ ਦੀ ਕਿਤਾਬ ਵਿੱਚ ਦਰਜ ਹੈ। ਆਓ ਇਸ ਦੀ ਪੁਸ਼ਟੀ ਕਰਨ ਲਈ ਮੱਤੀ ਅਧਿਆਇ 28 ਵਚਨ 18 ਉੱਤੇ ਨਜ਼ਰ ਪਾਉਂਦੇ ਹਾਂ। ਮੱਤੀ ਅਧਿਆਇ 28 ਵਚਨ 18। ਅਤੇ ਯੀਸ਼ੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਅਤੇ ਵੇਖੋ, ਮੈਂ ਯੁੱਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ। ਰਸੂਲਾਂ ਦੇ ਅਧਿਆਇ 1 ਵਿੱਚ ਮੱਤੀ ਅਧਿਆਇ 28 ਦੇ ਵਚਨ ਇੱਕੋ ਜਿਹੇ ਹਨ। ਜੋ ਅਲੱਗ ਹੈ ਉਹ ਸਮਝਾਉਣ ਦਾ ਤਰੀਕਾ ਹੈ, ਪਰ ਉਹਨਾਂ ਵਿੱਚ ਮਤਲਬ ਇੱਕੋ ਹਨ। ਪਰਮੇਸ਼ਵਰ ਦੇ ਗਵਾਹ ਬਣੋ ਅਤੇ ਪਰਮੇਸ਼ਵਰ ਦੀ ਨਵੇਂ ਨੇਮ ਦੀ ਸੱਚਾਈ ਸਿਖਾਓ। ਜਾਓ ਅਤੇ ਸਾਰੀਆਂ ਜਾਤੀਆਂ ਦੇ ਲੋਕਾਂ ਨੂੰ ਚੇਲੇ ਬਣਾਓ। ਆਓ ਅਸੀਂ ਮਰਕੁਸ ਅਧਿਆਇ 16 ਉੱਤੇ ਚੱਲਦੇ ਹਾਂ। ਮਰਕੁਸ ਅਧਿਆਇ 16 ਵਚਨ 15 ਕਹਿੰਦਾ ਹੈ, ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਮੇਰੇ ਗਵਾਹ ਬਣੋ ਅਤੇ ਚੇਲੇ ਬਣਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਅਲੱਗ-ਅਲੱਗ ਨਹੀਂ ਹਨ, ਪਰ ਮਤਲਬ ਦੇ ਆਧਾਰ ਤੇ ਇੱਕੋ ਜਿਹੇ ਸ਼ਬਦ ਹਨ। ਇਸ ਦ੍ਰਿਸ਼ ਦੇ ਅੰਤ ਵਿੱਚ ਉਹਨਾਂ ਨੇ ਕਿਹਾ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਅਤੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਉਹਨਾਂ ਨੇ ਇਸ ਸੰਦੇਸ਼ ਨੂੰ ਸਾਡੇ ਮਿਸ਼ਨ ਦੇ ਰੂਪ ਵਿੱਚ ਦਿੱਤਾ ਅਤੇ ਸਵਰਗ ਉੱਤੇ ਚੜ ਗਏ। ਕੁਝ ਲੋਕ ਆਮ ਕੰਮ ਕਰਨ ਵਾਲੇ ਬਣ ਜਾਂਦੇ ਹਨ, ਕੁਝ ਜਨਤਕ ਅਧਿਕਾਰੀ ਬਣ ਜਾਂਦੇ ਹਨ ਅਤੇ ਕੁਝ ਹੋਰ ਅਧਿਆਪਕ ਬਣ ਜਾਂਦੇ ਹਨ। ਸਾਡੇ ਲਈ ਕਈ ਨੌਕਰੀਆਂ ਹਨ, ਪਰ ਪਰਮੇਸ਼ਵਰ ਜੋ ਸਾਨੂੰ ਬਣਾਉਣਾ ਚਾਹੁੰਦੇ ਹਨ ਉਹ ਆਪਣੇ ਗਵਾਹ ਹੈ। ਇਸ ਸੰਸਾਰ ਵਿੱਚ ਵਧੇਰੇ ਪਿਤਾ ਮਾਤਾ ਆਪਣੇ ਬੱਚਿਆਂ ਨੂੰ ਕਹਿੰਦੇ ਹਨ, ਜਦੋਂ ਤੁਸੀਂ ਵੱਡੇ ਹੋ ਜਾਵੋਗੇ ਤਾਂ ਇਸ ਤਰ੍ਹਾਂ ਦੇ ਵਿਅਕਤੀ ਬਣਨਾ। ਇੱਕ ਮਸ਼ਹੂਰ ਫੁੱਟਬਾਲ ਖਿਡਾਰੀ ਹੈ ਜੋ ਕਿ ਅੱਜ ਕੱਲ੍ਹ ਟੀਵੀ ਤੇ ਬਹੁਤ ਅਕਸਰ ਦਿਖਾਈ ਦਿੰਦਾ ਹੈ। ਹਾਂਜੀ, ਉਹ ਸੋਨ ਹੁਆਂਗ-ਮਿਨ ਹੈ। ਸੋਨ ਹੁਆਂਗ-ਮਿਨ ਨੇ ਕਿਹਾ ਕਿ ਉਸਦੇ ਪਿਤਾ ਨੇ ਵੀ ਉਸਨੂੰ ਬਚਪਨ ਤੋਂ ਹੀ ਇੱਕ ਮਹਾਨ ਫੁੱਟਬਾਲ ਖਿਡਾਰੀ ਬਣਨ ਲਈ ਕਿਹਾ ਅਤੇ ਉਸਨੂੰ ਕਈ ਤਰੀਕਿਆਂ ਨਾਲ ਸਿਖਲਾਈ ਦਿੱਤੀ। ਇਸ ਤਰ੍ਹਾਂ ਹੁਣ ਯੂਰਪ ਵਿੱਚ ਵੀ ਇੱਕ ਸ਼ਾਨਦਾਰ ਖਿਡਾਰੀ ਬਣ ਗਿਆ ਹੈ ਅਤੇ ਇੱਕ ਖਿਡਾਰੀ ਦੇ ਰੂਪ ਵਿੱਚ ਦੁਬਾਰਾ ਜਿੰਦਾ ਕੀਤਾ ਗਿਆ ਹੈ, ਜਿਸ ਨੇ ਪਲੇਅਰ ਆਫ ਦੀ ਈਅਰ ਪੁਰਸਕਾਰ ਜਿੱਤਿਆ ਹੈ। ਪਹਿਲਾਂ ਤੋਂ ਸਾਡੇ ਭਵਿੱਖ ਨੂੰ ਵੇਖ ਕੇ ਪਰਮੇਸ਼ਵਰ ਸਾਡੇ ਤੋਂ ਕੀ ਚਾਹੁੰਦੇ ਹਨ? ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਉਹਨਾਂ ਦੇ ਗਵਾਹ
ਅਤੇ ਨਵੇਂ ਨੇਮ ਦੇ ਸੇਵਕ ਬਣੀਏ। ਜਿਵੇਂ ਕਿ ਇਹ ਬਹੁਤ ਜ਼ਰੂਰੀ ਹੈ ਅਤੇ ਇਹ ਸਵਰਗ ਦੇ ਰਾਜ ਵਿੱਚ ਸਦੀਪਕ ਸ਼ਾਹੀ ਜਾਜਕ ਨਾਲ ਸੰਬੰਧਿਤ ਹੈ। ਪਰਮੇਸ਼ਵਰ ਨੇ ਆਪਣੀ ਵਿਸ਼ੇਸ਼ ਬੇਨਤੀ ਨੂੰ ਉਹਨਾਂ ਲੋਕਾਂ ਨੂੰ ਸੌਂਪੀ ਜਿਨ੍ਹਾਂ ਨੂੰ ਪਰਮੇਸ਼ਵਰ ਦੁਆਰਾ ਯੋਗ ਠਹਿਰਾਇਆ ਜਾਂਦਾ ਹੈ ਅਤੇ ਜੋ ਲੋਕ ਬਹੁਤ ਪ੍ਰਾਸ਼ਚਿਤ ਕਰਦੇ ਹਨ। ਅਸੀਂ ਇਸ ਨੂੰ ਮਤੀ ਅਧਿਆਇ 28 ਅਤੇ ਮਰਕੁਸ ਅਧਿਆਇ 16 ਵਿੱਚ ਵੇਖ ਸਕਦੇ ਹਾਂ। ਸਾਡੇ ਭਵਿੱਖ ਨੂੰ ਸੋਹਣਾ ਅਤੇ ਕਿਰਪਾ ਨਾਲ ਭਰਪੂਰ ਬਣਾਉਣ ਲਈ ਪਰਮੇਸ਼ਵਰ ਨੇ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਆਪਣੇ ਗਵਾਹਾਂ ਦੇ ਰੂਪ ਵਿੱਚ ਪ੍ਰਚਾਰ ਕਰਨ ਲਈ ਕਿਹਾ। ਜਿਵੇਂ ਕਿ ਅਸੀਂ ਮਰਕੁਸ ਅਧਿਆਇ 16 ਵਚਨ 15 ਵੇਖਿਆ, ਯੀਸ਼ੂ ਨੇ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਸਾਰੇ ਲੋਕੋ, ਤੁਸੀਂ ਕੁਲੂਸੀਓ ਅਧਿਆਇ 1 ਅਤੇ ਦੂਸਰਾ ਕੁਰਿੰਥੀਓ ਅਧਿਆਇ 3 ਨੂੰ ਜੋੜਦੇ ਹੋਏ ਖੁਸ਼ਖਬਰੀ ਦੇ ਬਾਰੇ ਕੀ ਸਿੱਖਿਆ? ਸੰਖੇਪ ਵਿੱਚ ਸਾਨੂੰ ਮਿਹਨਤ ਨਾਲ ਨਵੇਂ ਨੇਮ ਦਾ ਪ੍ਰਚਾਰ ਕਰਨ ਲਈ ਦੱਸਿਆ ਗਿਆ ਹੈ। ਸਾਨੂੰ ਦੱਸਿਆ ਗਿਆ ਨਵੇਂ ਨੇਮ ਦੇ ਸੇਵਕ ਬਣੋ। ਪਰਮੇਸ਼ਵਰ ਸਾਨੂੰ ਇਸ ਨਵੇਂ ਨੇਮ ਦੇ ਜ਼ਰੀਏ ਕੀ ਦੇਣਾ ਚਾਹੁੰਦੇ ਹਨ ਕਿ ਉਹਨਾਂ ਨੇ ਸਾਨੂੰ ਖੁਸ਼ਖਬਰੀ ਪ੍ਰਚਾਰ ਕਰਨ ਲਈ ਕਿਹਾ। ਆਓ ਅਸੀਂ ਇਬਰਾਨੀ ਅਧਿਆਇ 9 ਖੋਲੀਏ। ਇਬਰਾਨੀ ਅਧਿਆਇ 9 ਵਚਨ 15। ਇਸੇ ਕਾਰਨ ਉਹ ਅਰਥਾਤ ਯੀਸ਼ੂ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ। ਭਾਈ ਉਹ ਜਿਹੜੇ ਸੱਦੇ ਹੋਏ ਹਨ ਕੀ ਪ੍ਰਾਪਤ ਕਰਨ? ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਸਦੀਪਕ ਕਾਲ ਦਾ ਵਿਰਸਾ ਕੀ ਹੈ? ਇਹ ਸਵਰਗੀ ਰਾਜ ਹੈ। ਇਹੀ ਕਾਰਨ ਹੈ ਕਿ ਪਰਮੇਸ਼ਵਰ ਨੇ ਸਾਨੂੰ ਸਾਰੀਆਂ ਜਾਤੀਆਂ ਵਿੱਚ ਜਾਣ ਲਈ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਨਵੇਂ ਨੇਮ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਿਹਾ, ਕਿਉਂਕਿ ਨਵਾਂ ਨੇਮ ਸਾਨੂੰ ਸਵਰਗ ਦੇ ਰਾਜ ਦੀ ਸਦੀਪਕ ਵਿਰਾਸਤ ਪ੍ਰਾਪਤ ਕਰਨ ਵਿੱਚ ਸਮਰਥੀ ਬਣਾਉਂਦੀ ਹੈ। ਇਸ ਸੰਸਾਰ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹਨ ਜੋ ਨਵੇਂ ਨੇਮ ਦੀ ਸੱਚਾਈ ਨਾਲ ਪ੍ਰਾਪਤ ਕਰਦੇ ਹੋਏ ਇਹ ਸਮਝ ਨਹੀਂ ਪਾਉਂਦੇ ਕਿ ਅੱਜ ਸਵਰਗ ਜਾਣ ਦਾ ਦਿਨ ਹੈ ਜਾਂ ਇੱਕ ਸਧਾਰਨ ਵੀਰਵਾਰ। ਹਾਲਾਂਕਿ ਸ਼ੁਕਰ ਹੈ ਕਿ ਤੁਸੀਂ ਤੇ ਮੈਂ ਪਰਮੇਸ਼ਵਰ ਦੀ ਕਿਰਪਾ 'ਚ ਹਾਂ ਅਤੇ ਪਰਮੇਸ਼ਵਰ ਨੇ ਸਾਨੂੰ ਨਵੇਂ ਨੇਮ ਦੇ ਜ਼ਰੀਏ ਸਿਖਾਇਆ ਕਿ ਅੱਜ ਇੱਕ ਪਰਵ ਹੈ ਜਿਸ ਦਾ ਨਾਮ ਸਵਰਗ ਜਾਣ ਦਾ ਦਿਨ ਹੈ। ਇਸ ਤੋਂ ਵੱਧ ਕੇ ਸਾਨੂੰ ਇਸ ਜਗ੍ਹਾ ਤੇ ਬੁਲਾਇਆ ਗਿਆ ਤਾਂ ਜੋ ਅਸੀਂ ਨਵੇਂ ਨੇਮ ਦੇ ਪਰਵ ਦੇ ਰੂਪ ਵਿੱਚ ਇਸ ਨੂੰ ਮਨਾ ਸਕੀਏ। ਪਰਮੇਸ਼ਵਰ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਲਈ ਸਾਡੇ ਕੋਲ ਅੱਜ ਸਵਰਗ ਜਾਣ ਦੇ ਦਿਨ ਤੋਂ ਲੈ ਕੇ ਪੈਂਤੇਕੋਸ ਦੇ ਦਿਨ ਤੱਕ 10 ਦਿਨਾਂ ਦਾ ਪ੍ਰਾਰਥਨਾ ਹਫ਼ਤਾ ਹੈ। ਪਹਿਲੇ ਚਰਚ ਦੇ ਦਿਨਾਂ ਵਿੱਚ ਵੀ ਚਰਚ ਦੇ ਮੈਂਬਰਾਂ ਨੇ 10 ਦਿਨਾਂ ਦੀ ਪ੍ਰਾਰਥਨਾ ਤੋਂ ਬਾਅਦ ਪੈਂਤੇਕੋਸ ਦੇ ਦਿਨ ਤੇ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ ਸੀ ਅਤੇ ਇੱਕ ਦਿਨ ਵਿੱਚ 3 ਜਾਂ 5000 ਆਤਮਾਵਾਂ ਨੇ ਪ੍ਰਾਇਸ਼ਚਿਤ ਕੀਤਾ ਅਤੇ ਸੱਚਾਈ ਵਿੱਚ ਮੁੜ ਆਏ। ਸਾਨੂੰ ਸਾਰੀਆਂ ਜਾਤੀਆਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ ਅਤੇ ਖੁਸ਼ਖਬਰੀ ਹੀ ਨਵਾਂ ਨੇਮ ਹੈ ਅਤੇ ਬਾਈਬਲ ਕਹਿੰਦੀ ਹੈ ਕਿ ਨਵਾਂ ਨੇਮ ਸਵਰਗ ਦੇ ਰਾਜ ਦਾ ਵਾਅਦਾ ਕੀਤਾ ਹੋਇਆ ਸਦੀਪਕ ਵਿਰਾਸਤ ਦਾ ਸੱਚ ਹੈ। ਪਰਮੇਸ਼ਵਰ ਨੇ ਨਵੇਂ ਨੇਮ ਦੀ ਖੁਸ਼ਖਬਰੀ ਦੇ ਜ਼ਰੀਏ ਜਿਸ ਦਾ ਸਾਰੀਆਂ ਜਾਤੀਆਂ ਨੂੰ ਪ੍ਰਚਾਰ ਕੀਤਾ ਜਾਵੇਗਾ ਸਾਨੂੰ ਕੀ ਦੇਣ ਦਾ ਵਾਅਦਾ ਕੀਤਾ? ਆਓ ਅਸੀਂ ਰੋਮੀਆਂ ਅਧਿਆਇ 1 ਵੇਖੀਏ। ਜਿਵੇਂ ਕਿ ਸਾਡੇ ਨਾਲ ਇਹ ਵਾਅਦੇ ਕੀਤੇ ਗਏ ਹਨ, ਸਾਨੂੰ ਨਵੇਂ ਨੇਮ ਦਾ ਪ੍ਰਚਾਰ ਕਰਨ ਅਤੇ ਸਿਖਾਉਣ ਅਤੇ ਉਹਨਾਂ ਨੂੰ ਦੱਸਣ ਲਈ ਕਿਹਾ ਗਿਆ ਹੈ। ਰੋਮੀਓ ਅਧਿਆਇ 1 ਵਚਨ 16 ਵਿੱਚ ਲਿਖਿਆ ਹੈ, ਮੈਂ ਤਾਂ ਅੰਜੀਲ ਤੋਂ ਸ਼ਰਮਾਉਂਦਾ ਨਹੀਂ, ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ਵਰ ਦੀ ਸ਼ਕਤੀ ਹੈ। ਪਰਮੇਸ਼ਵਰ ਉਹਨਾਂ ਲੋਕਾਂ ਨੂੰ ਕੀ ਦਿੰਦੇ ਹਨ ਜੋ ਨਵੇਂ ਨੇਮ ਤੇ ਵਿਸ਼ਵਾਸ ਕਰਦੇ, ਉਸ ਨੂੰ ਸਵੀਕਾਰ ਕਰਦੇ ਅਤੇ ਮਨਾਉਂਦੇ ਹਨ। ਉਹ ਸਵਰਗ ਦੇ ਰਾਜ ਦਾ ਵਾਅਦਾ ਕੀਤਾ ਹੋਇਆ ਉੱਤਰਾਧਿਕਾਰ ਪ੍ਰਾਪਤ ਕਰਦੇ ਹਨ। ਇੱਥੇ ਵੀ ਇਹ ਕਿਹਾ ਗਿਆ ਹੈ ਕਿ ਹਰ ਇੱਕ ਵਿਸ਼ਵਾਸ ਕਰਨ ਵਾਲੇ ਲਈ ਮੁਕਤੀ ਵਾਸਤੇ ਪਰਮੇਸ਼ਵਰ ਦੀ ਸਮਰਥ ਕਿਸ ਦੇ ਦੁਆਰਾ ਦਿੱਤੀ ਜਾਂਦੀ ਹੈ? ਇਹ ਖੁਸ਼ਖਬਰੀ ਦੇ ਜ਼ਰੀਏ ਦਿੱਤੀ ਜਾਂਦੀ ਹੈ। ਇਸ ਲਈ ਯੀਸ਼ੂ ਨੇ ਕਿਹਾ, ਸਾਰੀਆਂ ਜਾਤੀਆਂ ਵਿੱਚ ਜਾਓ ਅਤੇ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੋ। ਸੰਸਾਰ ਦੇ ਲੋਕ ਇਸ ਮੁਕਤੀ ਵਿੱਚ ਭਾਗ ਨਹੀਂ ਲੈ ਸਕਦੇ ਕਿਉਂਕਿ ਉਹ ਇਸ ਬਾਰੇ ਨਹੀਂ ਜਾਣਦੇ, ਪਰ ਤੁਸੀਂ ਜੋ ਇਸ ਬਾਰੇ ਜਾਣਦੇ ਹੋ, ਇਸ ਲਈ ਉਹਨਾਂ ਲੋਕਾਂ ਕੋਲ ਜਾਓ ਜੋ ਇਸ ਨੂੰ ਨਹੀਂ ਜਾਣਦੇ ਅਤੇ ਪ੍ਰਚਾਰ ਕਰਨ ਦੇ ਮਿਸ਼ਨ ਨੂੰ ਪੂਰਾ ਕਰੋ।
ਉਹਨਾਂ ਨੇ 2000 ਸਾਲ ਪਹਿਲਾਂ ਜੈਤੂਨ ਪਹਾੜ ਤੇ ਸਵਰਗ ਉੱਤੇ ਚੜ੍ਹਨ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਸੀ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 9 ਉੱਤੇ ਚੱਲਦੇ ਹਾਂ। ਖੁਸ਼ਖਬਰੀ ਲਈ ਪਰਮੇਸ਼ਰ ਦੇ ਬਹੁਤ ਸਾਰੇ ਵਾਅਦੇ ਸ਼ਾਮਲ ਹਨ ਕਿ ਉਹ ਅਸਲ ਵਿੱਚ ਸਾਡੇ ਲਈ ਜ਼ਰੂਰੀ ਅਤੇ ਕੀਮਤੀ ਹਨ। ਪਹਿਲਾ ਕੁਰਿੰਥੀਓ ਅਧਿਆਇ 9 ਵਚਨ 16 ਔਰ 17 ਵਿੱਚ ਲਿਖਿਆ ਹੈ, ਭਾਵੇਂ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਿਮਾਨ ਨਹੀਂ। ਇਸ ਕਰਕੇ ਜੇ ਇਹ ਤਾਂ ਮੇਰੇ ਲਈ ਅਵਸ਼ ਹੈ, ਮੈਂ ਖੁਸ਼ਖਬਰੀ ਕਰਨ ਲਈ ਬੱਧਾ ਹਾਂ। ਮਤਲਬ ਮੈਨੂੰ ਖੁਸ਼ਖਬਰੀ ਪ੍ਰਚਾਰ ਕਰਨੀ ਚਾਹੀਦੀ ਹੈ। ਹਮ ਅਫਸੋਸ ਹੈ ਮੇਰੇ ਉੱਤੇ ਜੋ ਮੈਂ ਖੁਸ਼ਖਬਰੀ ਨਾ ਸੁਣਾਵਾਂ, ਇਸ ਲਈ ਕਿ ਜੇ ਮੈਂ ਇਹ ਕੰਮ ਆਪਣੀ ਹੀ ਭਾਉਣੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ, ਪਰ ਜੇ ਆਪਣੀ ਭਾਉਣੀ ਤੋਂ ਬਿਨਾਂ ਤਾਂ ਮੁਖਤਿਆਰੀ ਮੈਨੂੰ ਸੌਂਪੀ ਹੋਈ ਹੈ। ਪਰਮੇਸ਼ਰ ਨੇ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਖੁਸ਼ਖਬਰੀ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹਦਾ ਇਸ ਲਈ ਹੈ ਕਿਉਂਕਿ ਅਸੀਂ ਪਰਮੇਸ਼ਰ ਦੁਆਰਾ ਯੋਗ ਠਹਿਰਾਏ ਗਏ ਹਾਂ। ਪਰਮੇਸ਼ਰ ਨੇ ਆਪਣੇ ਸਭ ਤੋਂ ਪਿਆਰੇ ਲੋਕਾਂ ਨੂੰ ਸਭ ਤੋਂ ਵਧੀਆ ਮਜ਼ਦੂਰੀ ਦਿੱਤੀ। ਆਓ ਅਸੀਂ ਦੂਸਰਾ ਕੁਰਿੰਥੀਓ ਅਧਿਆਇ 4 ਦੇ ਨਾਲ ਜਾਰੀ ਰੱਖੀਏ। ਦੂਸਰਾ ਕੁਰਿੰਥੀਓ ਅਧਿਆਇ 4 ਵਚਨ 3। ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ਹੈ ਤਾਂ ਉਹ ਉਹਨਾਂ ਅੱਗੇ ਕੱਜਿਆ ਹੋਇਆ ਜਿਹੜੇ ਨਾਸ਼ ਹੋ ਰਹੇ ਹਨ, ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤੀਆਂ ਦੀਆਂ ਬੁੱਧਾਨੀਆਂ ਕਰ ਦਿੱਤੀਆਂ, ਅਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ ਉਹਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਇਸ ਸੰਸਾਰ ਦਾ ਈਸ਼ਵਰ ਕੌਣ ਹੈ? ਬਾਈਬਲ ਕਹਿੰਦੀ ਹੈ ਕਿ ਸ਼ੈਤਾਨ ਨੇ ਬੇਪ੍ਰਤੀਤੀ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ ਤਾਂ ਜੋ ਪਰਮੇਸ਼ਵਰ ਦੇ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ ਪ੍ਰਕਾਸ਼ ਹੋਵੇ। ਭਾਵੇਂ ਸ਼ੈਤਾਨ ਖੁਸ਼ਖਬਰੀ ਦੀ ਜੋਤੀ ਉੱਤੇ ਪਰਦਾ ਪਾਉਂਦਾ ਹੈ, ਪਰ ਸਾਨੂੰ ਖੁਸ਼ਖਬਰੀ ਦੀ ਵਡਿਆਈ ਲਈ ਕੀ ਕਰਨਾ ਚਾਹੀਦਾ ਹੈ? ਸਾਨੂੰ ਇਸ ਨੂੰ ਵੱਧ ਤੋਂ ਵੱਧ ਵਿਖਾਉਣਾ ਚਾਹੀਦਾ ਹੈ। ਇਸ ਲਈ ਇਹ ਯਸ਼ਾਇਆ ਅਧਿਆਇ 60 ਵਿੱਚ ਲਿਖਿਆ ਹੈ, ਉਠੋ ਅਤੇ ਕੀ ਸਾਨੂੰ ਖੁਸ਼ਖਬਰੀ ਦੀ ਜੋਤੀ ਨੂੰ ਚਮਕਾਉਂਦੇ ਰਹਿਣਾ ਚਾਹੀਦਾ ਹੈ। ਸਾਨੂੰ ਸਵਰਗੀ ਯਰੂਸ਼ਲਮ ਮਾਤਾ ਜੀ ਦੀ ਵਡਿਆਈ ਅਤੇ ਪਿਤਾ ਜੀ ਦੀ ਵਡਿਆਈ ਅਤੇ ਨਵੇਂ ਨੇਮ ਦੇ ਸਾਰੇ ਹੁਕਮਾਂ ਅਤੇ ਸੱਚਾਈਆਂ ਨੂੰ ਵਿਖਾਉਣ ਵਿੱਚ ਸਮਰਥੀ ਹੋਣਾ ਚਾਹੀਦਾ ਹੈ, ਜੋ ਸਾਨੂੰ ਦਿੱਤੀ ਗਈ ਪਿਤਾ ਅਤੇ ਮਾਤਾ ਜੀ ਦੀ ਅਨਮੋਲ ਸਿੱਖਿਆਵਾਂ ਹਨ। ਇਸ ਦੇ ਉਲਟ ਸ਼ੈਤਾਨ ਜੋ ਇਸ ਸੰਸਾਰ ਦਾ ਈਸ਼ਵਰ ਹੈ ਸਾਨੂੰ ਜੋਤੀ ਨੂੰ ਚਮਕਾਉਣ ਵਿੱਚ ਰੁਕਾਵਟ ਪਾਉਂਦਾ ਹੈ। ਰੁਕਾਵਟ ਦੇ ਬਾਵਜੂਦ ਜੇਕਰ ਅਸੀਂ ਹਨੇਰੇ ਵਿੱਚ ਵੀ ਥੋੜਾ ਜਿਹਾ ਚਾਨਣ ਕਰਦੇ ਹਾਂ ਤਾਂ ਹਨੇਰੇ ਨੂੰ ਆਪਣਾ ਕਦਮ ਪਿੱਛੇ ਹਟਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਹ ਉਹ ਹੈ ਜੋ ਪਰਮੇਸ਼ਰ ਸਾਨੂੰ ਤੀਸਰੀ ਆਯਾਮੀ ਜਗ੍ਹਾ ਅਰਥਾਤ ਸੰਸਾਰਿਕ ਦੁਨੀਆ ਵਿੱਚ ਵਿਖਾਉਂਦੇ ਹਨ। ਆਤਮਿਕ ਦੁਨੀਆ ਵਿੱਚ ਸ਼ੈਤਾਨ ਭਾਵੇਂ ਸੱਚਾਈ ਦੇ ਚਾਨਣ ਉੱਤੇ ਪਰਦਾ ਪਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਪਰ ਜਿਵੇਂ ਹੀ ਚਾਨਣ ਚਮਕਦਾ ਹੈ ਉਹ ਕੁਝ ਨਹੀਂ ਕਰ ਸਕਦਾ, ਪਰ ਉਹ ਸਦੀਪਕ ਹਨੇਰੇ ਵਿੱਚ ਪਾ ਦਿੱਤਾ ਜਾਵੇਗਾ। ਜਿਵੇਂ ਕਿ ਬਾਈਬਲ ਸਿਖਾਉਂਦੀ ਹੈ ਕਿ ਬਹੁਤ ਸਾਰੇ ਲੋਕ ਚਾਨਣ ਨੂੰ ਵੇਖਣਗੇ ਅਤੇ ਚਾਨਣ ਵਿੱਚ ਆਉਣਗੇ। ਫਿਰ ਸਾਨੂੰ ਕਦੀ ਵੀ ਪਰਮੇਸ਼ਰ ਦੁਆਰਾ ਦਿੱਤੇ ਗਏ ਨਵੇਂ ਨੇਮ ਦੀ ਖੁਸ਼ਖਬਰੀ ਨੂੰ ਫਰਸ਼ ਦੇ ਨੀਚੇ ਜਾਂ ਘੜਿਆਂ ਵਿੱਚ ਨਹੀਂ ਲੁਕਾਉਣਾ ਚਾਹੀਦਾ, ਬਲਕਿ ਇਸ ਨੂੰ ਪ੍ਰਗਟ ਕਰਨਾ ਚਾਹੀਦਾ ਹੈ ਅਤੇ ਇਕੱਠੇ ਮਿਲ ਕੇ ਇਸ ਦੇ ਚਾਨਣ ਨੂੰ ਚਮਕਾਉਣਾ ਚਾਹੀਦਾ ਹੈ। ਪੁਰਾਣੇ ਦਿਨਾਂ ਵਿੱਚ ਜਦੋਂ ਗਿਦੋਨ ਦੇ ਯੋਧਿਆਂ ਨੇ ਆਪਣੀਆਂ ਮਸ਼ਾਲਾਂ ਨੂੰ ਘੜਿਆਂ ਵਿੱਚ ਲੁਕਾ ਦਿੱਤਾ ਸੀ ਤਾਂ ਇਸ ਦਾ ਮੈਦਾਨੀਆਂ ਤੇ ਕੋਈ ਅਸਰ ਨਹੀਂ ਹੋਇਆ। ਜਿੱਤ ਦੀ ਕੋਈ ਸੰਭਾਵਨਾ ਨਹੀਂ ਸੀ। ਪਰ ਕੀ ਹੋਇਆ ਜਦੋਂ ਉਹਨਾਂ ਨੇ ਘੜਿਆਂ ਨੂੰ ਤੋੜ ਦਿੱਤਾ ਅਤੇ ਅੰਦਰ ਲੁਕੇ ਚਾਨਣ ਨੂੰ ਪ੍ਰਗਟ ਕੀਤਾ? ਵੈਰੀ ਦੇ ਡੇਰੇ ਵਿੱਚ ਆਪਸ 'ਚ ਯੁੱਧ ਹੋਇਆ। ਉਹਨਾਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ। ਗਿਦੋਨ ਦੇ ਕੋਲ ਸਿਰਫ 300 ਪੁਰਖ ਸੀ ਅਤੇ ਦੁਸ਼ਮਣ ਕੋਲ 1,35,000 ਪੁਰਖ ਸੀ। ਪਰ ਦੁਸ਼ਮਣ ਫੌਜਾਂ ਵਿਚਕਾਰ ਲੜਾਈ ਹੋਣ ਲੱਗੀ। ਇਸੇ ਤਰ੍ਹਾਂ ਜੇਕਰ ਅਸੀਂ ਆਪਣੀ ਮਸ਼ਾਲ ਨੂੰ ਇੱਕ ਘੜੇ ਵਿੱਚ ਰੱਖਦੇ ਹਾਂ ਅਤੇ ਖੁਸ਼ਖਬਰੀ ਦੇ ਚਾਨਣ ਨੂੰ ਅੰਦਰ ਲੁਕਾਉਂਦੇ ਰਹਿੰਦੇ ਹਾਂ ਤਾਂ ਇਹ ਸ਼ੈਤਾਨ ਨੂੰ ਸਭ ਤੋਂ ਜ਼ਿਆਦਾ ਪਸੰਦ ਆਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਉਹਨਾਂ ਹਾਲਾਤਾਂ ਵਿੱਚ ਕੁਝ ਨਹੀਂ ਹੁੰਦਾ, ਪਰ ਜਦੋਂ ਅਸੀਂ ਲੁਕੀਆਂ ਹੋਈਆਂ ਮਸ਼ਾਲਾਂ ਨੂੰ ਕੱਢਦੇ ਹਾਂ ਅਤੇ ਚਾਨਣ ਨੂੰ ਚਮਕਾਉਂਦੇ ਹਾਂ, ਫਿਰ ਪਵਿੱਤਰ ਆਤਮਾ ਦੇ ਸ਼ਾਨਦਾਰ ਕੰਮ ਪ੍ਰਦਰਸ਼ਿਤ ਹੋਣਗੇ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਕੰਮ ਕਰੇਗੀ, ਹੈ ਨਾ? ਯੀਸ਼ੂ ਦੇ ਪਹਿਲੀ ਵਾਰੀ ਆਉਣ ਵੇਲੇ
ਉਹਨਾਂ ਦਿਨਾਂ ਵਿੱਚ ਇੱਕ ਦਿਨ ਵਿੱਚ 3000 ਜਾਂ 5000 ਆਤਮਾਵਾਂ ਦੀ ਅਗਵਾਈ ਸੱਚਾਈ ਵੱਲ ਕੀਤੀ ਗਈ। ਇਹ ਹੋ ਸਕਦਾ ਸੀ ਕਿਉਂਕਿ ਉਹਨਾਂ ਨੇ ਸੱਚਾਈ ਦੇ ਚਾਨਣ ਨੂੰ ਬਹੁਤ ਪ੍ਰਦਰਸ਼ਿਤ ਕੀਤਾ ਸੀ। ਹੁਣ ਸਵਰਗ ਦਾ ਸਦੀਪਕ ਰਾਜ ਬਹੁਤ ਨੇੜੇ ਆ ਰਿਹਾ ਹੈ। ਜਿਵੇਂ ਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਗਵਾਹ ਬਣਨ ਲਈ ਕਿਹਾ ਅਤੇ ਸਾਮਰੀਆ ਅਤੇ ਧਰਤੀ ਦੇ ਬੰਨੇ ਤੀਕਰ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਿਹਾ ਹੈ। ਸਾਨੂੰ ਸਾਰਿਆਂ ਨੂੰ ਇਸ ਮਿਸ਼ਨ ਨੂੰ ਪੂਰਾ ਕਰਨ ਵਿੱਚ ਸਮਰਥੀ ਹੋਣਾ ਚਾਹੀਦਾ ਹੈ। ਵੈਸੇ ਉਹਨਾਂ ਲੋਕਾਂ ਦਾ ਕੀ ਬਣੇਗਾ ਜੋ ਇਸ ਖੁਸ਼ਖਬਰੀ ਨੂੰ ਨਹੀਂ ਮੰਨਦੇ ਹਨ ਜਾਂ ਮਸੀਹ ਦੀ ਖੁਸ਼ਖਬਰੀ ਤੋਂ ਅਲੱਗ ਦੂਸਰੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ? ਆਓ ਅਸੀਂ ਬਾਈਬਲ ਵਿੱਚ ਲਿਖੇ ਨਤੀਜੇ ਨੂੰ ਵੇਖੀਏ। ਆਓ ਅਸੀਂ ਗਲਾਤੀਆਂ ਅਧਿਆਇ 1 ਵੇਖੀਏ ਅਤੇ ਪਰਮੇਸ਼ਵਰ ਦੀ ਮਰਜ਼ੀ ਨੂੰ ਉਕਾਰੀਏ, ਜਿਨ੍ਹਾਂ ਨੇ ਕਿਹਾ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਸਵਰਗ ਦੇ ਰਾਜ ਦੀ ਖੁਸ਼ਖਬਰੀ ਪ੍ਰਚਾਰ ਕਰੋ। ਗਲਾਤੀਆਂ ਅਧਿਆਇ 1 ਵਚਨ 6 ਕਹਿੰਦਾ ਹੈ, ਮੈਂ ਅਚਰਜ ਹੁੰਦਾ ਹਾਂ ਜੋ ਤੁਸੀਂ ਉਸ ਤੋਂ ਜਿਹਨੇ ਮਸੀਹ ਦੀ ਕਿਰਪਾ ਵਿੱਚ ਤੁਹਾਨੂੰ ਸੱਦਿਆ ਇੰਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਦੇ ਵੱਲ ਝੁਕਦੇ ਜਾਂਦੇ ਹੋ। ਇਹ ਬਹੁਤ ਬੇਤੁਕਾ ਹੈ ਕਿ ਕਿਸੇ ਅਜਿਹੀ ਚੀਜ਼ ਵੱਲ ਝੁਕਣਾ ਜਿਸ ਦਾ ਪਰਮੇਸ਼ਵਰ ਨੇ ਆਪਣੀਆਂ ਸੰਤਾਨਾਂ ਨਾਲ ਵਾਅਦਾ ਨਹੀਂ ਕੀਤਾ। ਮੈਂ ਅਚਰਜ ਹੁੰਦਾ ਹਾਂ ਕਿ ਤੁਸੀਂ ਇੰਨੀ ਛੇਤੀ ਹੋਰ ਕਿਸੇ ਖੁਸ਼ਖਬਰੀ ਦੀ ਵੱਲ ਝੁਕਦੇ ਜਾਂਦੇ ਹੋ। ਵਚਨ 7, ਪਰ ਉਹ ਤਾਂ ਦੂਜੀ ਖੁਸ਼ਖਬਰੀ ਨਹੀਂ, ਪਰੰਤੂ ਕਈ ਕੋ ਹਨ ਜਿਹੜੇ ਤੁਹਾਨੂੰ ਘਬਰਾਉਂਦੇ ਹਨ ਅਤੇ ਮਸੀਹ ਦੀ ਖੁਸ਼ਖਬਰੀ ਨੂੰ ਕੀ ਕਰਨਾ ਚਾਹੁੰਦੇ ਹਨ? ਵਿਗਾੜਨਾ ਚਾਹੁੰਦੇ ਹਨ। ਪਰ ਜੇਕਰ ਅਸੀਂ ਵੀ ਜਾਂ ਸੁਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾਂ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸ਼ਰਾਪਤ ਹੋਵੇ। ਦੂਸਰੇ ਸ਼ਬਦਾਂ ਵਿੱਚ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ। ਪਰਮੇਸ਼ਵਰ ਨੇ ਵਾਅਦਾ ਕੀਤਾ ਕਿ ਜੋ ਕੋਈ ਵੀ ਐਤਵਾਰ ਦੀ ਆਰਾਧਨਾ ਕਰਦਾ ਹੈ ਜਾਂ ਝੂਠੇ ਸਿਧਾਂਤਾਂ ਦਾ ਪਾਲਨ ਕਰਦਾ ਹੈ ਜੋ ਬਾਈਬਲ ਵਿੱਚ ਦਰਜ ਨਹੀਂ ਕੀਤੇ ਗਏ, ਉਹਨਾਂ ਨੂੰ ਦੰਡ ਦਿੱਤਾ ਜਾਵੇਗਾ। ਆਓ ਅਸੀਂ ਦੂਸਰਾ ਥੈਸਲੁਨੀਕੀਆਂ ਅਧਿਆਇ 1 ਵਿੱਚ ਇਹੀ ਵਚਨ ਨੂੰ ਵੇਖੀਏ। ਅਧਿਆਇ 1 ਵਚਨ 7 ਵਿੱਚ ਇਹ ਲਿਖਿਆ ਹੈ, ਅਤੇ ਤੁਹਾਨੂੰ ਜਿਹੜੇ ਦੁੱਖ ਪਾਉਂਦੇ ਹੋ ਸਾਡੇ ਨਾਲ ਸੁੱਖ ਦੇਵੇ। ਉਸ ਸਮੇਂ ਜਦ ਪ੍ਰਭੂ ਯੀਸ਼ੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਆਕਾਸ਼ੋਂ ਪ੍ਰਗਟ ਹੋਵੇਗਾ। ਉਹ ਆਪਣੇ ਲੋਕਾਂ ਦਾ ਕੀ ਕਰਨਗੇ ਜੋ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯੀਸ਼ੂ ਦੀ ਅੰਜੀਲ ਨੂੰ ਨਹੀਂ ਮੰਨਦੇ। ਅਸੀਂ ਹੁਣੇ ਸਿੱਖਿਆ ਕਿ ਖੁਸ਼ਖਬਰੀ ਨਵਾਂ ਨਿਯਮ ਹੈ ਨਾ? ਫਿਰ ਉਹਨਾਂ ਲੋਕਾਂ ਦੇ ਨਾਲ ਕੀ ਹੋਣ ਵਾਲਾ ਹੈ ਜੋ ਨਵੇਂ ਨਿਯਮ ਦਾ ਪਾਲਨ ਨਹੀਂ ਕਰਦੇ ਜਾਂ ਇਸ ਨੂੰ ਨਹੀਂ ਮੰਨਦੇ? ਉਹ ਉਹਨਾਂ ਤੋਂ ਬਦਲਾ ਲੈਣਗੇ, ਉਹ ਸਜ਼ਾ ਭੋਗਣਗੇ ਅਰਥਾਤ ਪ੍ਰਭੂ ਦੇ ਹਜ਼ੂਰੋਂ ਅਤੇ ਉਹਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ਼। ਇਸ ਦਾ ਕੋਈ ਹੋਰ ਕਾਰਨ ਨਹੀਂ ਹੈ। ਇਹ ਉਹੀ ਹੈ ਜਿਸ ਦਾ ਪਰਮੇਸ਼ਵਰ ਨੇ ਆਤਮਿਕ ਦੁਨੀਆ ਵਿੱਚ ਪ੍ਰਬੰਧ ਕੀਤਾ ਹੈ ਅਤੇ ਇਹ ਸਵਰਗੀ ਕਾਨੂੰਨ ਹੈ ਅਤੇ ਫੈਸਲਾ ਹੈ ਜੋ ਸਵਰਗ ਵਿੱਚ ਸਾਡੇ ਪਰਮੇਸ਼ਵਰ ਨੇ ਲਿਆ ਹੈ। ਇਸ ਲਈ ਪਰਮੇਸ਼ਵਰ ਨੇ ਸਾਨੂੰ ਕਿਹਾ, ਸੰਸਾਰ ਦੀਆਂ ਸਾਰੀਆਂ ਜਾਤੀਆਂ ਦੇ ਕੋਲ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਤਾਂ ਜੋ ਸਾਰਿਆਂ ਲਈ ਨਵੇਂ ਨੇਮ ਦੀ ਸੱਚਾਈ ਵਿੱਚ ਆਉਣ ਦੀ ਵਡਿਆਈ ਦਾ ਰਾਹ ਖੋਲ੍ਹਿਆ ਜਾ ਸਕੇ। ਜੇਕਰ ਉਹ ਨਵੇਂ ਨੇਮ ਨੂੰ ਜਾਣਦੇ ਹਨ ਤਾਂ ਉਹ ਸਵਰਗੀ ਮਾਤਾ ਜੀ ਨੂੰ ਜਾਣਨਗੇ ਅਤੇ ਉਹ ਸਵਰਗੀ ਪਿਤਾ ਜੀ ਨੂੰ ਜਾਣਨਗੇ ਅਤੇ ਉਹ ਕੁਦਰਤੀ ਰੂਪ ਨਾਲ ਸਿਯੋਨ ਬਾਰੇ ਵੀ ਜਾਣ ਸਕਣਗੇ। ਪਰ ਜਿਵੇਂ ਉਹ ਨਵੇਂ ਨੇਮ ਨੂੰ ਨਹੀਂ ਜਾਣਦੇ, ਉਹ ਇੱਕ ਅਲੱਗ ਖੁਸ਼ਖਬਰੀ ਵਿੱਚ ਡਿੱਗ ਗਏ ਹਨ ਅਤੇ ਵਿਨਾਸ਼ ਦੇ ਰਾਹ ਤੇ ਚੱਲ ਰਹੇ ਹਨ। ਪਰਮੇਸ਼ਵਰ ਨੇ ਸਾਨੂੰ ਇਸ ਗੱਲ ਬਾਰੇ ਪਤਾ ਲੱਗਣ ਦਿੱਤਾ ਅਤੇ ਉਹਨਾਂ ਨੂੰ ਵੇਖ ਰਹੇ ਹਨ, ਉਹਨਾਂ ਲਈ ਦੁੱਖ ਮਹਿਸੂਸ ਕਰ ਰਹੇ ਹਨ। ਇਹੀ ਕਾਰਨ ਹੈ ਕਿ ਗਲਾਤੀਆਂ ਅਧਿਆਇ 1 ਅਤੇ ਦੂਸਰਾ ਥੈਸਲੁਨੀਕੀਓ ਅਧਿਆਇ 1 ਸਾਨੂੰ ਸਿਖਾਉਂਦਾ ਹੈ ਕਿ ਜੋ ਲੋਕ ਖੁਸ਼ਖਬਰੀ ਦਾ ਪਾਲਨ ਨਹੀਂ ਕਰਦੇ ਉਹਨਾਂ ਨੂੰ ਦੰਡ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਹਮੇਸ਼ਾ ਲਈ ਨਸ਼ਟ ਕਰ ਦਿੱਤਾ ਜਾਵੇਗਾ। ਅੱਜ ਸਵਰਗ ਜਾਣ ਦੇ ਦਿਨ ਦੇ ਜ਼ਰੀਏ ਸਾਨੂੰ ਸਿਰਫ ਆਪਣੀ ਮੁਕਤੀ ਦੇ ਬਾਰੇ ਨਹੀਂ ਸੋਚਣਾ ਚਾਹੀਦਾ। ਜੇਕਰ ਅਸੀਂ ਪ੍ਰਾਇਸ਼ਚਿਤ ਕੀਤਾ ਹੈ ਅਤੇ ਪਰਮੇਸ਼ਵਰ ਦੁਆਰਾ ਨਵੇਂ ਨੇਮ ਦੀ ਸੱਚਾਈ ਵਿੱਚ ਸੱਦੇ ਗਏ ਹਾਂ ਤਾਂ ਸਾਨੂੰ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਕਿਹਾ ਸੀ ਦੁਨੀਆ ਦੇ ਉਹਨਾਂ ਸਾਰੇ ਲੋਕਾਂ ਕੋਲ ਜਾਓ ਜੋ ਹੁਣ ਪ੍ਰਾਇਸ਼ਚਿਤ ਨਹੀਂ ਕਰ ਰਹੇ ਅਤੇ ਉਹਨਾਂ ਨੂੰ ਇਹ ਰਾਜ ਦੀ ਖੁਸ਼ਖਬਰੀ ਸਿਖਾਓ, ਉਹਨਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਦੀ ਖੁਸ਼ਖਬਰੀ ਨੂੰ ਪਾਲਨ ਕਰਨ ਵਿੱਚ ਅਗਵਾਈ ਕਰੋ। ਇਸ ਖੁਸ਼ਖਬਰੀ ਵਿੱਚ ਪਰਮੇਸ਼ਵਰ ਦੇ ਬਹੁਤ ਸਾਰੇ ਵਾਅਦੇ ਹਨ। ਉਹਨਾਂ ਵਿੱਚੋਂ ਆਓ ਅਸੀਂ ਅਫਸੀਆਂ ਅਧਿਆਇ 3 ਵਿੱਚ ਵੇਖੀਏ ਕਿ ਅਸੀਂ ਨਵੇਂ ਨੇਮ ਦੀ ਖੁਸ਼ਖਬਰੀ ਦੇ ਜ਼ਰੀਏ ਪਰਮੇਸ਼ਵਰ ਦੀ ਕਿਹੜੀ ਆਸ਼ੀਸ਼ ਪ੍ਰਾਪਤ ਕਰ ਸਕਦੇ ਹਾਂ। ਆਓ ਅਸੀਂ ਅਧਿਆਇ 3 ਵਚਨ 6 ਵੇਖੀਏ। ਅਰਥਾਤ ਇਹ ਕਿ ਮਸੀਹ ਵਿੱਚ ਖੁਸ਼ਖਬਰੀ ਦੇ ਦੁਆਰਾ
ਪਰਾਈਆਂ ਕੌਮਾਂ ਦੇ ਲੋਕ ਸੰਘੀ ਅਧਿਕਾਰੀ ਅਤੇ ਇੱਕੋ ਹੀ ਦੇਹੀ ਅਤੇ ਕਿਸ ਦੇ ਸਾਂਝੀ ਹਨ? ਵਾਅਦੇ ਦੇ ਸਾਂਝੀ ਹਨ। ਮਸੀਹ ਵਿੱਚ ਖੁਸ਼ਖਬਰੀ ਦੇ ਦੁਆਰਾ ਪਰਾਈਆਂ ਕੌਮਾਂ ਦੇ ਲੋਕ ਸੰਘੀ ਅਧਿਕਾਰੀ ਅਤੇ ਇੱਕੋ ਦੇਹੀ ਦੇ ਮਤਲਬ ਕਿ ਮਸੀਹ ਦੀ ਦੇਹ ਦੇ ਅਤੇ ਵਾਅਦੇ ਦੇ ਸਾਂਝੀ ਹਨ। ਅਸੀਂ ਪਰਮੇਸ਼ਵਰ ਦੇ ਵਾਅਦੇ ਮਤਲਬ ਸਦੀਪਕ ਜੀਵਨ ਵਿੱਚ ਇਕੱਠੇ ਹਿੱਸੇਦਾਰ ਬਣਦੇ ਹਾਂ। ਵਚਨ ਸੱਚ ਕਹਿੰਦਾ ਹੈ ਅਤੇ ਪਰਮੇਸ਼ਵਰ ਦੀ ਕਿਰਪਾ ਜੋ ਉਹਦੀ ਸਮਰੱਥਾ ਦੇ ਕਰਨ ਮੁਜਬ ਮੇਰੇ ਉੱਤੇ ਹੋਈ ਉਹਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣਿਆ। ਉਹ ਇੱਕ ਸੇਵਕ ਬਣ ਗਿਆ ਜੋ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੈ। ਸਾਨੂੰ ਸਾਮਰੀਆ ਤੇ ਧਰਤੀ ਦੇ ਬੰਨੇ ਤੀਕਰ ਤੱਕ ਜਾਣਾ ਚਾਹੀਦਾ ਹੈ ਅਤੇ ਇਸ ਖੁਸ਼ਖਬਰੀ ਨੂੰ ਸਾਰੀ ਸ੍ਰਿਸ਼ਟੀ ਦੇ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਖੁਸ਼ਖਬਰੀ ਵਿੱਚ ਅਜਿਹੇ ਅਨਮੋਲ ਵਾਅਦੇ ਹਨ। ਇਸ ਨਵੇਂ ਨੇਮ ਨੂੰ ਹਰ ਕਿਸੇ ਨੂੰ ਨਹੀਂ ਸੌਂਪਿਆ ਗਿਆ, ਪਰ ਸਾਨੂੰ ਸੌਂਪਿਆ ਗਿਆ ਹੈ। ਸਵਰਗਦੂਤਾਂ ਦੀ ਦੁਨੀਆ ਵਿੱਚ ਕਈ ਆਤਮਿਕ ਪ੍ਰਾਣੀ, ਸਵਰਗਦੂਤ ਅਤੇ ਬਹੁਤ ਸਾਰੀਆਂ ਆਤਮਾਵਾਂ ਹਨ। ਇਹ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਸਾਨੂੰ ਇਹ ਖੁਸ਼ਖਬਰੀ ਦਾ ਕੰਮ ਸੌਂਪਿਆ ਗਿਆ ਹੈ, ਨਾ ਕਿ ਉਹਨਾਂ ਨੂੰ। ਆਓ ਅਸੀਂ ਪਹਿਲਾ ਥੁਸਲੁਨਕਿਓ ਅਧਿਆਇ 2 ਵਚਨ 3 ਵਿੱਚ ਇੱਕ ਹੋਰ ਵਚਨ ਵੇਖੀਏ। ਇਹ ਖੁਸ਼ਖਬਰੀ ਦਾ ਕੰਮ ਕਿਸ ਨੂੰ ਸੌਂਪਿਆ ਜਾ ਸਕਦਾ ਹੈ? ਕੀ ਇਹ ਅਜਿਹਾ ਕੁਝ ਹੈ ਜੋ ਕੋਈ ਵੀ ਕਰ ਸਕਦਾ ਹੈ? ਨਹੀਂ। ਅਧਿਆਇ 2 ਵਚਨ 3, ਸਾਡਾ ਉਪਦੇਸ਼ ਤਾਂ ਧੋਖੇ ਤੋਂ ਨਹੀਂ, ਨਾ ਅਸ਼ੁੱਧਤਾ ਤੋਂ, ਨਾ ਛਲ ਨਾ ਹੁੰਦਾ ਹੈ, ਪਰੰਤੂ ਜਿਵੇਂ ਅਸੀਂ ਪਰਮੇਸ਼ਰ ਵੱਲੋਂ ਪ੍ਰਵਾਨ ਹੋਏ ਹਾਂ, ਜੋ ਅੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ। ਇਹੋ ਨਹੀਂ ਭਾਈ ਅਸੀਂ ਮਨੁੱਖਾਂ ਨੂੰ ਰਿਝਾਉਂਦੇ ਹਾਂ, ਸਗੋਂ ਕਿਸ ਨੂੰ? ਪਰਮੇਸ਼ਵਰ ਨੂੰ, ਜਿਹੜਾ ਸਾਡਿਆਂ ਮਨਾਂ ਨੂੰ ਪਰਤਾਉਂਦਾ ਹੈ। ਇਹ ਕਹਿੰਦਾ ਹੈ ਕਿ ਜੋ ਲੋਕ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ ਉਹ ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਖੁਸ਼ਖਬਰੀ ਕਰਦੇ ਹਨ, ਅਤੇ ਜੋ ਲੋਕ ਖੁਸ਼ਖਬਰੀ ਦਾ ਕੰਮ ਕਰਦੇ ਹਨ ਉਹਨਾਂ ਦੇ ਬਾਰੇ ਪਰਮੇਸ਼ਵਰ ਕੀ ਸੋਚਦੇ ਹਨ? ਪਰਮੇਸ਼ਵਰ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਪਰਮੇਸ਼ਵਰ ਨੇ ਉਹਨਾਂ ਸੰਤਾਨਾਂ ਨੂੰ ਖੁਸ਼ਖਬਰੀ ਦਾ ਕੰਮ ਸੌਂਪਿਆ ਹੈ ਜੋ ਪਰਮੇਸ਼ਵਰ ਦੀ ਪੜਤਾਲ ਦੇ ਅਨੁਸਾਰ ਵਿਸ਼ਵਾਸਯੋਗ ਹਨ। ਜਦੋਂ ਤੁਸੀਂ ਆਪਣੀ ਸੰਤਾਨ ਨੂੰ ਕਿਸੇ ਕੰਮ ਲਈ ਭੇਜਦੇ ਹੋ, ਤੁਸੀਂ ਉਹਨਾਂ ਸੰਤਾਨਾਂ ਨੂੰ ਨਹੀਂ ਕਹਿੰਦੇ ਜੋ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ, ਜਾਂ ਕੰਮ ਲਈ ਦਿੱਤੇ ਗਏ ਪੈਸਿਆਂ ਨੂੰ ਸਨੈਕਸ ਖਰੀਦਣ ਲਈ ਜਾਂ ਆਰਕੇਡਸ ਤੇ ਗੇਮ ਖੇਡਣ ਤੇ ਖਰਚ ਕਰਦੀਆਂ ਹਨ। ਤੁਸੀਂ ਇੱਕ ਅਜਿਹੀ ਸੰਤਾਨ ਨੂੰ ਬੋਲੋਗੇ ਜਿਸ ਉੱਤੇ ਤੁਸੀਂ ਕੰਮ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਭਰੋਸਾ ਕਰਦੇ ਹੋ। ਉਸੇ ਤਰ੍ਹਾਂ ਪਰਮੇਸ਼ਰ ਖੁਸ਼ਖਬਰੀ ਦਾ ਕੰਮ ਕਿਸੇ ਨੂੰ ਵੀ ਨਹੀਂ ਸੌਂਪਦੇ, ਪਰ ਸਿਰਫ ਉਹਨਾਂ ਸੰਤਾਨਾਂ ਨੂੰ ਹੀ ਕਰਨ ਦੀ ਇਜਾਜ਼ਤ ਦਿੰਦੇ ਹਨ ਜੋ ਸਭ ਤੋਂ ਇਮਾਨਦਾਰ, ਸਭ ਤੋਂ ਸਹੀ ਅਤੇ ਇਸ ਯੁੱਗ ਵਿੱਚ ਪਰਮੇਸ਼ਵਰ ਦੀ ਨਜ਼ਰ ਵਿੱਚ ਸਵਰਗ ਦੀ ਆਸ਼ੀਸ਼ ਪ੍ਰਾਪਤ ਕਰਨ ਦੇ ਯੋਗ ਹਨ। ਅੱਜ ਅਸੀਂ ਉਹਨਾਂ ਹਾਲਾਤਾਂ ਵਿੱਚ ਖੜੇ ਹੋ ਸਕਦੇ ਹਾਂ ਜਿੱਥੇ ਅਸੀਂ ਪਰਮੇਸ਼ਵਰ ਦੁਆਰਾ ਯੋਗ ਠਹਿਰਾਏ ਜਾ ਸਕਦੇ ਹਾਂ, ਜਾਂ ਉਹਨਾਂ ਹਾਲਾਤਾਂ ਵਿੱਚ ਜਿੱਥੇ ਅਸੀਂ ਪਰਮੇਸ਼ਵਰ ਦੁਆਰਾ ਯੋਗ ਨਹੀਂ ਠਹਿਰਾਏ ਜਾ ਸਕਦੇ। ਵਿਅਕਤੀਗਤ ਰੂਪ ਨਾਲ ਮੈਂ ਚਾਹਾਂਗਾ ਕਿ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਪਰਮੇਸ਼ਵਰ ਦੁਆਰਾ ਠਹਿਰਾਈਆਂ ਜਾਣ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਅਤੇ ਖੁਸ਼ਖਬਰੀ ਦੇ ਕੰਮ ਲਈ ਸਖਤ ਪ੍ਰਾਰਥਨਾ ਕਰਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਮਰਥੀ ਨਹੀਂ ਹੋ, ਤਾਂ ਤੁਹਾਨੂੰ ਬਸ ਸਖਤ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਪ੍ਰਾਰਥਨਾ ਕਰਦੇ ਹੋ ਅਤੇ ਪਰਮੇਸ਼ਵਰ ਤੋਂ ਮਦਦ ਮੰਗਦੇ ਹੋ, ਫਿਰ ਪਰਮੇਸ਼ਵਰ ਤੁਹਾਡੇ ਉੱਤੇ ਪਵਿੱਤਰ ਆਤਮਾ ਬਰਸਾਉਣਗੇ। ਜਿਵੇਂ ਕਿ ਕੋਈ ਵੀ ਅਜਿਹਾ ਪਿਤਾ ਨਹੀਂ ਹੋਵੇਗਾ ਕਿ ਜਦੋਂ ਉਸਦਾ ਪੁੱਤਰ ਮੱਛੀ ਮੰਗੇ ਤਾਂ ਮੱਛੀ ਦੇ ਬਦਲੇ ਉਸਨੂੰ ਸੱਪ ਦੇਵੇ। ਪਰਮੇਸ਼ਵਰ ਨੇ ਸਾਨੂੰ ਸਭ ਕੁਝ ਕਰਨ ਲਈ ਸਮਰਥ ਦੇਣ ਦਾ ਵਾਅਦਾ ਕੀਤਾ ਹੈ। ਮੈਂ ਤੁਹਾਨੂੰ ਇੱਕ ਗਵਾਹ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਕਹਿਣਾ ਚਾਹੁੰਦਾ ਹਾਂ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਜਿਨ੍ਹਾਂ ਨੂੰ ਪਰਮੇਸ਼ਵਰ ਦੁਆਰਾ ਯੋਗ ਠਹਿਰਾਇਆ ਗਿਆ ਹੈ ਆਪਣਾ ਗਵਾਹ ਬਣਨ ਲਈ ਕਿਹਾ ਗਿਆ ਸੀ। ਇਸ ਦੇ ਦੁਆਰਾ ਮੈਂ ਅੱਜ ਦਾ ਵਚਨ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।